ਸਾਰੇ ਭੈਣ ਭਾਈਆਂ ਨੂੰ ਜੈ ਮਸੀਹ ਦੀ। ਸੋ ਪ੍ਰਭੂ ਦਾ ਬੜਾ ਧੰਨਵਾਦ ਔਰ ਉਹਦਾ ਸ਼ੁਕਰ ਕਰਦੇ ਹਾਂ ਕਿ ਖੁਦਾਵੰਦ ਨੇ ਜੋ ਮੌਕਾ ਦਿੱਤਾ ਕਿ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਕੁਛ ਆਪਾਂ ਵੰਡ ਸਕੀਏ, ਕੁਛ ਸਿੱਖ ਸਕੀਏ ਔਰ ਪ੍ਰਭੂ ਦੀ ਹਮਦ ਹੋਸਾਨਾ ਕਰ ਸਕੀਏ। ਸੋ ਅੱਜ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਕੁਝ ਨਵੀਆਂ ਗੱਲਾਂ, ਕੁਛ ਨਵਾਂ ਪ੍ਰਕਾਸ਼ ਜੋ ਅਸੀਂ ਪਰਮੇਸ਼ਰ ਦੀ ਵੱਲੋਂ ਪਾਇਆ ਉਹਨੂੰ ਥੋੜ੍ਹਾ ਦੇਖਣਾ, ਸਿੱਖਣਾ ਅਤੇ ਫਿਰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ। ਸੋ ਪਹਿਲਾਂ ਆਪਾਂ ਪ੍ਰਭੂ ਦੇ ਕਲਾਮ ਦੇ ਵਿੱਚੋਂ ਦੇਖਾਂਗੇ ਪ੍ਰਕਾਸ਼ ਦੀ ਪੋਥੀ, ਉਹਦਾ 21 ਅਧਿਆਏ ਔਰ ਉਹਦੀ 8 ਆਇਤ। ਪਰ ਡਰਾਕਲਾਂ, ਬੇਪਰਤੀਤਿਆਂ, ਘਿਨਾਉਣੀਆਂ, ਖੂਨੀਆਂ, ਹਰਾਮਕਾਰਾਂ, ਜਾਦੂਗਰਾਂ, ਮੂਰਤੀ ਪੂਜਕਾਂ ਅਤੇ ਸਾਰੇ ਝੂਠਿਆਂ ਦਾ ਹਿੱਸਾ ਉਸ ਝੀਲ ਵਿੱਚ ਹੋਵੇਗਾ ਜਿਹੜਾ ਅੱਗ ਅਤੇ ਗੰਧਕ ਨਾਲ ਬਲਦੀ ਹੈ। ਇਹ ਦੂਈ ਮੌਤ ਹੈ। ਸੋ ਇਹਦੇ ਵਿੱਚ ਕਈ ਪ੍ਰਕਾਰ ਦੇ ਪਾਪ ਜੋ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਦੇਖਦੇ ਹਾਂ, ਰੋਜ਼ਾਨਾ ਜ਼ਿੰਦਗੀ ਦੇ ਵਿੱਚ ਆਦਮ ਅਤੇ ਹਵਾ ਤੋਂ ਲੈ ਕੇ ਹੁਣ ਤੱਕ ਆਪਾਂ ਦੇਖਦੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇਹ ਪਾਪ ਜਿਹੜੇ ਉਹ ਚੱਲਦੇ ਹੀ ਆ ਰਹੇ ਨੇ। ਇਹਨਾਂ ਪਾਪਾਂ ਦੇ ਵਿੱਚੋਂ ਅੱਜ ਆਪਾਂ ਜਾਦੂਗਰੀ ਦੇ ਬਾਰੇ ਥੋੜ੍ਹਾ ਦੇਖਾਂਗੇ। ਇਸ ਜਗ੍ਹਾ 'ਤੇ ਲਿਖਿਆ ਜਾਦੂਗਰ ਵੀ ਜਿਹੜੇ ਆ ਉਹ ਪਰਮੇਸ਼ਰ ਦੀ ਹਜ਼ੂਰ ਦੇ ਵਿੱਚ ਨਹੀਂ ਜਾਣਗੇ, ਉਹ ਅੱਗ ਦੀ ਝੀਲ ਦੇ ਵਿੱਚ ਜਿਹੜੀ ਕੀ ਆ ਦੂਸਰੀ ਮੌਤ ਆ। ਸੋ ਅੱਜ ਅਸੀਂ ਜਾਦੂਗਰੀ ਦੇ ਬਾਰੇ ਥੋੜ੍ਹਾ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਦੇਖਾਂਗੇ। ਉਸ ਤੋਂ ਪਹਿਲਾਂ ਆਪਾਂ ਇੱਕ ਆਇਤ ਹੋਰ ਦੇਖਾਂਗੇ, ਪ੍ਰਕਾਸ਼ ਦੀ ਹੀ ਪੋਥੀ, ਉਹਦਾ 18 ਅਧਿਆਏ ਔਰ ਉਹਦੀ 23 ਆਇਤ। ਅਤੇ ਦੀਵੇ ਦੀ ਲੋ ਤੇਰੇ ਵਿੱਚ ਫਿਰ ਕਦੀ ਨਾ ਚਮਕੇਗੀ, ਲਾੜੀ ਅਤੇ ਲਾੜੇ ਦੀ ਆਵਾਜ਼ ਤੇਰੇ ਵਿੱਚ ਫਿਰ ਕਦੇ ਨਾ ਸੁਣੀ ਜਾਏਗੀ। ਤੇਰੇ ਵਪਾਰੀ ਤਾਂ ਧਰਤੀ ਦੇ ਮਹਾਂਪੁਰਖ ਸਨ ਅਤੇ ਸਾਰੀਆਂ ਕੌਮਾਂ ਤੇਰੀ ਜਾਦੂਗਰੀ ਨਾਲ ਭਰਮਾਈਆਂ ਗਈਆਂ। ਸੋ ਇਸ ਜਗ੍ਹਾ 'ਤੇ ਆਪਾਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਦੇਖਿਆ ਕਿ ਲਾੜਾ ਅਤੇ ਲਾੜੀ ਦੀ ਆਵਾਜ਼ ਜਿਹੜੀ ਆ ਉਹ ਫਿਰ ਤੋਂ ਜਿਹੜੀ ਜਾਦੂਗਰਾਂ ਨੂੰ, ਜਿਹੜੇ ਜਾਦੂ ਕਰਦੇ ਨੇ ਜਾਂ ਜਾਦੂ ਦੇ ਉੱਤੇ ਵਿਸ਼ਵਾਸ ਕਰਦੇ ਨੇ ਜਾਂ ਜਾਦੂ ਲੋਕਾਂ ਦੇ ਉੱਤੇ ਚਲਾਉਂਦੇ ਨੇ ਜਾਂ ਜਾਦੂ ਕਰਕੇ ਲੋਕਾਂ ਨੂੰ ਭਰਮਾਉਂਦੇ ਨੇ, ਉਹ ਜਿਹੜੇ ਆ ਉਹ ਲਾੜੇ ਅਤੇ ਲਾੜੀ ਦੀ ਆਵਾਜ਼ ਦੁਬਾਰਾ ਨਹੀਂ ਸੁਣਨਗੇ। ਲਾੜਾ ਜਿਹੜਾ ਉਹ ਖੁਦਾਵੰਦ ਆ ਅਤੇ ਲਾੜੀ ਜਿਹੜੀ ਆ ਉਹ ਪਰਮੇਸ਼ਰ ਦੀ ਕੌਮ ਆ, ਯਾਨੀ ਕਿ ਅਸੀਂ। ਸਾਡੀ ਆਵਾਜ਼ ਨੂੰ ਜਿਹੜੇ ਇਹ ਲੋਕ ਦੁਬਾਰਾ ਨਹੀਂ ਸਿੱਖਣਗੇ। ਔਰ ਦੂਸਰੀ ਚੀਜ਼ ਆਪਾਂ ਇਸ ਜਗ੍ਹਾ 'ਤੇ ਦੇਖ ਰਹੇ ਹਾਂ ਕਿ ਜਾਦੂਗਰਾਂ ਦੇ ਵਪਾਰੀ ਜਿਹੜੇ ਆ ਉਹ ਮਹਾਂਪੁਰਖ ਸਨ। ਕੌਣ ਸੀ? ਮਹਾਂਪੁਰਖ ਸੀ। ਅਤੇ ਸਾਰੀਆਂ ਹੀ ਕੌਮਾਂ ਜਿਹੜੀਆਂ ਜਾਦੂਗਰੀ ਦੇ ਨਾਲ ਕੀ ਹੋ ਗਈਆਂ? ਭਰਮਾਈਆਂ ਗਈਆਂ। ਭਰਮਾਈਆਂ ਗਈਆਂ ਕਹਿਣ ਦਾ ਮਤਲਬ ਆ ਕਿ ਭਰਮਾਈਆਂ ਗਈਆਂ ਬੀਤਿਆ ਹੋਇਆ ਸਮਾਂ, ਕਿ ਜੋ ਪੁਰਾਣੇ ਸਮੇਂ ਦੇ ਵਿੱਚ, ਪੁਰਾਣੇ ਨਿਯਮ ਦੇ ਵਿੱਚ ਲੋਕ ਜਿਹੜੇ ਸੀ ਉਹ ਭਰਮਾਏ ਗਏ ਸੀ। ਪਹਿਲੀ ਚੀਜ਼ ਤਾਂ ਆਪਾਂ ਜਾਦੂ ਦੇ ਬਾਰੇ ਅੱਜ ਦੇਖਣਾ ਕਿ ਜਾਦੂ ਸ਼ਬਦ ਆਇਆ ਕਿੱਥੋਂ, ਜਾਦੂ ਸ਼ਬਦ ਦੀ ਉਤਪੰਨਾ ਕਿੱਥੋਂ ਹੋਈ, ਕਿਉਂਕਿ ਆਪਾਂ ਬਾਈਬਲ ਦੇ ਵਿੱਚ ਕਿਤੇ ਵੀ ਜਾਦੂ ਦੀ ਸਟਾਰਟਿੰਗ ਨਹੀਂ ਦੇਖ ਰਹੇ, ਨਾ ਬਾਈਬਲ ਦੇ ਵਿੱਚ ਲਿਖੀ ਗਈ ਹੈ। ਸੋ ਪਹਿਲੀ ਚੀਜ਼ ਆਪਾਂ ਜਾਦੂ ਦੇ ਬਾਰੇ ਅੱਜ ਦੇਖਣਾ ਕਿ ਜਾਦੂ ਜਿਹੜਾ ਸੀ ਉਹ ਸ਼ੁਰੂ ਕਿੱਥੋਂ ਹੋਇਆ ਅਤੇ ਜਾਦੂ ਦੀ ਸ਼ੁਰੂਆਤ ਕਿੱਥੋਂ ਹੋਈ ਅਤੇ ਪਰਮੇਸ਼ਰ ਕਿਉਂ ਇਸ ਤੋਂ ਘਿਰਨਾ ਕਰਦੇ ਨੇ। ਸੋ ਪਹਿਲੀ ਗੱਲ ਆਪਾਂ ਬਾਈਬਲ ਦੇ ਵਿੱਚੋਂ ਅੱਜ ਦੇਖਾਂਗੇ, ਉਤਪਤ ਦੀ ਕਿਤਾਬ, ਉਹਦਾ 6 ਅਧਿਆਏ, ਉਹਦੀ ਪਹਿਲੀ ਆਇਤ ਤੋਂ ਲੈ ਕੇ 3 ਆਇਤਾਂ ਤੱਕ ਆਪਾਂ ਪੜ੍ਹਾਂਗੇ। ਤਾਂ ਇਉਂ ਹੋਇਆ ਜਦ ਆਦਮੀ ਜ਼ਮੀਨ ਉੱਤੇ ਵਧਣ ਲੱਗ ਪਏ ਤਾਂ ਉਹਨਾਂ ਧੀਆਂ ਨੂੰ ਜੰਮਿਆ। ਤਾਂ ਪਰਮੇਸ਼ਰ ਦੇ ਪੁੱਤਰਾਂ ਨੇ ਆਦਮੀਆਂ ਦੀਆਂ ਧੀਆਂ ਨੂੰ ਵੇਖਿਆ ਕਿ ਉਹ ਸੋਹਣੀਆਂ ਹਨ, ਤਦ ਉਹਨਾਂ ਨੇ ਆਪਣੇ ਲਈ ਚੁਣੀਆਂ ਹੋਈਆਂ ਵਿੱਚੋਂ ਤੀਵੀਆਂ ਕੀਤੀਆਂ। ਅਤੇ ਪਰਮੇਸ਼ਰ ਨੇ ਆਖਿਆ ਕਿ ਮੇਰਾ ਆਤਮਾ ਆਦਮੀ ਦੇ ਵਿਰੁੱਧ ਸਦਾ ਤੀਕ ਜ਼ੋਰ ਨਹੀਂ ਮਾਰੇਗਾ, ਕਿਉਂਕਿ ਉਹ ਸਰੀਰ ਹੀ ਹਨ, ਸੋ ਉਹਦੇ ਦਿਨ 120 ਵਰ੍ਹੇ ਹੋਣਗੇ। ਸੋ ਇਸ ਜਗ੍ਹਾ 'ਤੇ ਪਹਿਲਾਂ ਆਪਾਂ ਦੇਖਦੇ ਹਾਂ ਪਰਮੇਸ਼ਰ ਦੇ ਪੁੱਤਰ। ਸੋ ਇਹ ਪਰਮੇਸ਼ਰ ਦੇ ਪੁੱਤਰ ਕੌਣ ਸਨ? ਇਹ ਪਰਮੇਸ਼ਰ ਦੇ ਪੁੱਤਰ ਇਨਸਾਨ ਹੀ ਸਨ, ਜਾਂ ਇਹ ਫਰਿਸ਼ਤੇ ਸਨ, ਜਾਂ ਇਹ ਦੈਂਤ ਸਨ, ਜਾਂ ਇਹ ਕੀ ਸੀ? ਪਹਿਲੀ ਚੀਜ਼ ਆਪਾਂ ਅੱਜ ਦੇਖਣੀ ਹੈ ਕਿ ਇਹ ਹੈ ਕੀ ਸੀ। ਸੋ ਉਸ ਤੋਂ ਪਹਿਲਾਂ ਸਾਨੂੰ ਇੱਕ ਚੀਜ਼ ਜਾਣਨੀ ਬੜੀ ਜ਼ਰੂਰੀ ਆ, ਜਿਹੜੀ ਅੱਜ ਆਪਾਂ ਕਲਾਮ ਦੇ ਵਿੱਚੋਂ ਦੇਖਾਂਗੇ। ਉਤਪਤ ਦੀ ਕਿਤਾਬ, ਉਹਦਾ 4 ਅਧਿਆਏ
ਔਰ ਉਹਦੀ 17 ਆਇਤ ਦੇ ਵਿੱਚ ਆਪਾਂ ਦੇਖਦੇ ਹਾਂ ਅਨੋਖ ਦੇ ਬਾਰੇ ਜਿਹੜਾ ਵਾ ਜ਼ਿਕਰ ਕੀਤਾ ਗਿਆ ਕਿ ਉਹ ਕੈਨ ਦਾ ਕੀ ਸੀ, ਪੁੱਤਰ ਸੀ। ਅਨੋਖ ਕੈਨ ਦਾ ਪੁੱਤਰ ਸੀ। ਅਤੇ ਉਸ ਤੋਂ ਬਾਅਦ ਆਪਾਂ 5 ਦੀ 23-24 ਆਇਤ ਦੇ ਵਿੱਚ ਦੇਖਦੇ ਹਾਂ ਕਿ ਹਨੋਕ ਪਰਮੇਸ਼ਰ ਦੇ ਨਾਲ ਨਾਲ ਕੀ ਕਰਦਾ ਸੀ, ਚੱਲਦਾ ਸੀ। ਜਦੋਂ ਚੱਲਦਾ ਸੀ ਪਰਮੇਸ਼ਰ ਦੇ ਨਾਲ ਨਾਲ ਤੇ ਉਹ ਕੀ ਹੋ ਗਿਆ, ਅਸਮਾਨ ਦੇ ਉੱਪਰ ਕੀ ਹੋ ਗਿਆ, ਜਿੰਦਾ ਹੀ ਉਠਾਇਆ ਗਿਆ, ਅਲੋਪ ਹੋ ਗਿਆ। ਅਲੋਪ ਹੋਣ ਤੋਂ ਬਾਅਦ ਆਪਾਂ ਉਹਦਾ ਕੋਈ ਜ਼ਿਕਰ ਨਹੀਂ ਦੇਖਦੇ, ਪਰ ਪਰਮੇਸ਼ਰ ਨੇ ਉਹਨੂੰ ਇੱਕ ਪ੍ਰਕਾਸ਼ਨ, ਇੱਕ ਗਿਆਨ, ਇੱਕ ਤਬਦੀਲੀ ਜਿਹੜੀ ਸੀ ਉਹ ਉਹਦੀ ਜ਼ਿੰਦਗੀ ਦੇ ਵਿੱਚ ਦਿੱਤੀ ਸੀ। ਜਿਸ ਤਰ੍ਹਾਂ ਪ੍ਰਕਾਸ਼ ਦੀ ਪੋਥੀ ਆਪਾਂ ਦੇਖਦੇ ਹਾਂ ਸੰਤ ਯਹੋਨਾ ਨੇ ਲਿਖੀ ਹੋਈ ਹੈ, ਇਸੇ ਤਰ੍ਹਾਂ ਅਨੋਖ ਦੀ ਕਿਤਾਬ ਜਿਹੜੀ ਇੱਕ ਉਹਨਾਂ ਦੇ ਦੁਆਰਾ ਲਿਖੀ ਗਈ, ਜਿਹੜੀ ਬਾਈਬਲ ਦੇ ਵਿੱਚ ਪ੍ਰਵੇਸ਼ ਨਹੀਂ ਆ, ਜਿਹੜੀ ਬਾਈਬਲ ਦੇ ਵਿੱਚ ਨਹੀਂ ਦਿੱਤੀ ਗਈ, ਪਰ ਅਨੋਖ ਦੀ ਕਿਤਾਬ ਇੱਕ ਤੁਸੀਂ ਨੈੱਟ ਦੇ ਉੱਤੇ ਸਰਚ ਮਾਰੋ ਜਾਂ ਕਿਤਾਬਾਂ ਫੋਲੋ ਜਾਂ ਬਾਈਬਲ ਦੇ ਵਿੱਚ ਦੇਖ ਸਕਦੇ ਹਾਂ ਆਪਾਂ। ਉਹਦੇ ਵਿੱਚ ਇੱਕ ਅਨੋਖ ਦੀ ਕਿਤਾਬ ਹੈ ਜਿਹਦੇ ਵਿੱਚ ਜਾਦੂਗਰੀ ਦੇ ਬਾਰੇ, ਜਿਹਦੇ ਵਿੱਚ ਕਿੱਥੋਂ ਸ਼ੁਰੂ ਹੋਇਆ ਜਾਦੂ ਕਰਨਾ, ਪਾਪ ਕਿੱਥੋਂ ਸ਼ੁਰੂ ਹੋਇਆ, ਪਰਮੇਸ਼ਰ ਨੇ ਜਲ ਪਰਲੋ ਕਿਉਂ ਦਿੱਤਾ, ਇਹਦੇ ਬਾਰੇ ਹੀ ਅੱਜ ਆਪਾਂ ਥੋੜ੍ਹਾ ਜਿਹਾ ਸਿੱਖਣਾ ਵਾ। ਸੋ ਅਨੋਖ ਦੀਆਂ ਇਹ ਗੱਲਾਂ ਜਿਹੜੀਆਂ ਅੱਜ ਆਪਾਂ ਦੇਖਾਂਗੇ ਖੁਦਾ ਦੇ ਕਲਾਮ ਦੇ ਵਿੱਚੋਂ ਕਿ ਜਿਹੜਾ ਜਾਦੂਗਰੀ ਉਹ ਸ਼ੁਰੂ ਕਿੱਥੋਂ ਹੋਈ। ਅਨੋਖ ਦੀ ਕਿਤਾਬ ਔਰ ਉਹਦਾ 8 ਅਧਿਆਏ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜੇ ਇਹ ਪਰਮੇਸ਼ਰ ਦੇ ਪੁੱਤਰ ਸਨ, ਇਹ ਦੂਤ ਸੀ। ਇਹ ਦੂਤ ਸੀ, ਇਹ ਉਹ ਦੂਤ ਨਹੀਂ ਸਨ ਜਿਹੜੇ ਪਰਮੇਸ਼ਰ ਨੇ ਜਿਨ੍ਹਾਂ ਨੂੰ ਅਸਮਾਨ ਤੋਂ ਨੀਚੇ ਸੁੱਟਿਆ ਸੀ, ਪਰ ਇਹ 200 ਦੂਤ ਅਲੱਗ ਸੀ। ਇਹ 200 ਦੂਤ ਸਨ ਜਿਨ੍ਹਾਂ ਨੇ ਆਦਮੀਆਂ ਦੀਆਂ ਧੀਆਂ ਦੇ ਨਾਲ ਵਿਆਹ ਕੀਤੇ ਸੀ। ਅਤੇ ਇਹ 200 ਦੂਤ ਜਿਹੜੇ ਸੀ ਇਹ ਬਾਈਬਲ ਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਇਹ ਸਵਰਗ ਦੇ ਪਹਿਰੇਦਾਰ ਸੀ। ਇਹ ਸਵਰਗ ਦੇ ਪਹਿਰੇਦਾਰ ਸੀ। ਪਹਿਰੇਦਾਰ ਨੂੰ ਹਰ ਇੱਕ ਕਿਸਮ ਦਾ, ਹਰ ਇੱਕ ਚੀਜ਼ ਦਾ ਕੀ ਹੁੰਦਾ ਵਾ, ਗਿਆਨ ਹੁੰਦਾ ਵਾ। ਅਤੇ ਇਹਨਾਂ ਨੂੰ ਵੀ ਜਾਦੂਗਰੀ ਦਾ, ਸੂਰਜ ਦਾ, ਤਾਰਿਆਂ ਦਾ, ਚੰਦਰਮਾ ਦਾ, ਵਿਗਿਆਨ ਦਾ, ਹਰ ਇੱਕ ਤਰ੍ਹਾਂ ਦਾ ਜਿਹੜੀ ਅਸਮਾਨ ਦੇ ਵਿੱਚ ਉਹਦਾ ਗਿਆਨ ਸੀ। ਪਰ ਪੂਰਾ ਗਿਆਨ ਖੁਦਾ ਨੇ ਇਹਨਾਂ ਨੂੰ ਨਹੀਂ ਸੀ ਦਿੱਤਾ। ਉੱਪਰਲਾ ਗਿਆਨ ਜਿੰਨਾ ਇਹਨਾਂ ਨੂੰ ਖੁਦਾ ਨੇ ਦਿੱਤਾ ਸੀ ਉਹਦੇ ਬਾਰੇ ਇਹ ਜਾਣਦੇ ਸੀ। ਅਤੇ ਜਦੋਂ ਜਾਣਦੇ ਸੀ ਅਤੇ ਇਹਨਾਂ ਆਦਮੀਆਂ ਦੀਆਂ ਧੀਆਂ ਦੇ ਨਾਲ ਵਿਆਹ ਕੀਤਾ, ਅਤੇ ਜਦੋਂ ਵਿਆਹ ਕਰ ਲਏ ਅਤੇ ਇਹਨਾਂ ਦੇ ਬੱਚੇ ਹੋਏ, ਅਤੇ ਬੱਚੇ ਹੋਣ ਤੋਂ ਬਾਅਦ ਇਹਨਾਂ ਦੇ ਘਰਾਂ ਦੇ ਵਿੱਚ ਦੈਂਤ ਪੈਦਾ ਹੋਏ ਜਿਨ੍ਹਾਂ ਦੀ ਉਚਾਈ ਕਮ ਸੇ ਕਮ ਵੀ 300 ਹੱਥ ਸੀ। 300 ਹੱਥ ਉਹਨਾਂ ਦੀ ਉਚਾਈ ਸੀ। ਬਹੁਤ ਉੱਚੇ ਲੰਮੇ ਜਵਾਨ ਸੀ। ਅਤੇ ਜਦੋਂ ਉੱਚੇ ਲੰਮੇ ਜਵਾਨ ਸੀਗੇ ਅਤੇ ਉਹਨਾਂ ਦੀ ਗਿਣਤੀ ਵੀ ਵਧਣ ਲੱਗੀ ਅਤੇ ਉਹਨਾਂ ਨੇ ਆਦਮੀਆਂ ਨੂੰ ਜਿਹੜੀ ਸੀ ਜਾਦੂਗਰੀ ਕਰਨੀ ਸਿਖਾਈ ਸੀ। ਸ਼ੇਮ ਜਾਜੀ ਨਾਮ ਦਾ ਇੱਕ ਦੂਤ ਸੀ ਪਰਮੇਸ਼ਰ ਦਾ ਜੋ ਬਹੁਤ ਹੀ ਵਫਾਦਾਰ ਸੀ, ਪਰ ਉਹ ਜਦੋਂ ਉਹਨਾਂ ਨੇ ਆਦਮੀਆਂ ਦੀਆਂ ਧੀਆਂ ਨਾਲ ਵਿਆਹ ਕਰਾਇਆ ਅਤੇ ਪਰਮੇਸ਼ਰ ਨੇ ਉਹਨਾਂ ਦੇ ਕੋਲੋਂ ਉਹਨਾਂ ਦੀ ਸ਼ਕਤੀ, ਉਹਨਾਂ ਦਾ ਇਖਤਿਆਰ ਜਿਹੜਾ ਉਹਨਾਂ ਦੇ ਕੋਲੋਂ ਲੈ ਲਿੱਤਾ। ਫਿਰ ਉਹਨਾਂ ਨੇ ਸ਼ੇਮ ਜਾਜੀ ਦੂਤ ਨੇ ਜਿਹੜਾ ਸੀਗਾ ਉਹ ਲੋਕਾਂ ਨੂੰ ਜਾਦੂ ਕਰਨਾ ਸਿਖਾਇਆ ਸੀ ਕਿ ਜਾਦੂ ਕਿਸ ਤਰ੍ਹਾਂ ਆਪਾਂ ਕਰਨਾ ਕਿਸੇ ਦੇ ਉੱਪਰ, ਜਾਂ ਕਿਸੇ ਨੂੰ ਆਪਣੇ ਜਾਦੂ ਦੇ ਵਿੱਚ ਕਿਵੇਂ ਆਪਾਂ ਫਸਾਉਣਾ ਵਾ। ਸ਼ੇਮ ਜਾਜੀ, ਯਾਦ ਕਰੋ, ਸ਼ੇਮ ਜਾਜੀ ਨਾਮ ਦਾ ਦੂਤ ਸੀ ਜਿਹਨੇ ਲੋਕਾਂ ਨੂੰ ਉਸ ਸਮੇਂ ਜਾਦੂ ਕਰਨਾ ਸਿਖਾਇਆ ਸੀ। ਉਸ ਤੋਂ ਬਾਅਦ ਆਪਾਂ ਇੱਕ ਹੋਰ ਦੂਤ ਦੇ ਬਾਰੇ ਦੇਖਾਂਗੇ। ਆਰਮਸ ਨਾਂ ਦਾ ਇੱਕ ਦੂਤ ਸੀ ਜਿਹੜਾ ਜਾਦੂ ਟੋਣੇ ਦਾ ਹੱਲ ਕਰਨਾ ਸਿਖਾਇਆ ਸੀ। ਸ਼ੇਮ ਜਾਜੀ ਨੇ ਜਾਦੂ ਕਰਨਾ ਸਿਖਾਇਆ ਅਤੇ ਆਰਮਸ ਨੇ ਜਾਦੂ ਟੋਣੇ ਦਾ ਹੱਲ ਕਰਨਾ ਸਿਖਾਇਆ ਸੀ। ਅਤੇ ਜਦੋਂ ਇਹ ਚੀਜ਼ਾਂ ਲੋਕਾਂ ਦੇ ਅੰਦਰ ਪੈਦਾ ਹੋ ਗਈਆਂ ਵੀ ਹਾਂ ਇਹਦੇ ਨਾਲ ਉਹਨਾਂ ਨੂੰ ਫਾਇਦਾ ਹੁੰਦਾ ਏ, ਇਹਦੇ ਨਾਲ ਉਹਨਾਂ ਦੀ ਲਾਲਸਾ ਵਧੀ ਅਤੇ ਉਹਨਾਂ ਨੇ ਇਸ ਚੀਜ਼ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਬਾਰਕਿਲੀ ਇੱਕ ਦੂਤ ਸੀਗਾ ਜਿਹਨੇ ਤਾਰਿਆਂ ਨੂੰ ਵੇਖ ਕੇ ਜਾਦੂ ਕਰਨਾ ਸਿਖਾਇਆ ਸੀ, ਲੋਕਾਂ ਨੂੰ ਟੇਵੇਂ ਲਾਉਣੇ ਸਿਖਾਏ ਸੀ। ਅੱਜ ਵੀ ਆਪਾਂ ਦੇਖਦੇ ਹਾਂ ਇਸ ਸੰਸਾਰ ਦੇ ਵਿੱਚ ਕਿ ਜਿਵੇਂ ਵੀ ਜਿਹੜੇ ਵੀ ਲੋਕ ਟੇਵੇਂ ਕਰਦੇ ਨੇ ਉਹ ਤਾਰਿਆਂ ਨੂੰ ਪਹਿਲਾਂ ਕਾਪੀ ਦੇ ਉੱਤੇ ਵਾਹੁੰਦੇ ਨੇ, ਠੀਕ ਹੈ, ਫਿਰ ਉਹਨਾਂ ਨੂੰ ਜੋੜਦੇ ਨੇ, ਫਿਰ ਉਹਨਾਂ ਦਾ ਕੀ ਕਰਦੇ ਨੇ, ਟੇਵਾਂ ਕਰਦੇ ਨੇ। ਅਤੇ ਪਰਮੇਸ਼ਰ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੂਤਾਂ ਨੂੰ ਦੱਸੀਆਂ ਹੋਈਆਂ ਸੀ, ਦੂਤਾਂ ਨੂੰ ਗਿਆਨ ਸੀ ਇਹਨਾਂ ਚੀਜ਼ਾਂ ਦਾ, ਅਤੇ ਉਹੀ ਚੀਜ਼ਾਂ ਜਿਹੜੀਆਂ ਇਨਸਾਨ ਨੂੰ ਸਿਖਾਈਆਂ ਗਈਆਂ ਅਤੇ ਅੱਜ ਤੱਕ ਧਰਤੀ ਦੇ ਉੱਤੇ ਕਾਇਮ ਨੇ।
ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਤਮੀਲ ਨਾਮ ਦਾ ਇੱਕ ਦੂਤ ਸੀ ਜਿਹਨੇ ਵਿਗਿਆਨ ਦੀ ਸਿਖਲਾਈ ਸਿਖਾਈ ਸੀ ਇਨਸਾਨ ਨੂੰ ਕਿ ਕਿਸ ਤਰ੍ਹਾਂ ਆਪਾਂ ਕਿਸੇ ਚੀਜ਼ ਦੀ ਰਿਸਰਚ ਕਰਨੀ, ਕਿੱਦਾਂ ਆਪਾਂ ਕਿਸੇ ਚੀਜ਼ ਨੂੰ ਖੋਜਣਾ ਵਾ। ਇਹ ਤਮੀਲ ਨਾਮ ਦਾ ਇੱਕ ਖੁਦਾ ਦਾ ਦੂਤ ਸੀ ਜਿਹਨੇ ਲੋਕਾਂ ਨੂੰ ਵਿਗਿਆਨ ਦੇ ਬਾਰੇ ਦੱਸਿਆ ਸੀ ਪਰਮੇਸ਼ਰ ਤੋਂ ਦੂਰ ਹੋ ਕੇ, ਕਿ ਜਿਸ ਤਰ੍ਹਾਂ ਅਸੀਂ ਪਰਮੇਸ਼ਰ ਦੀ ਵਡਿਆਈ ਤੋਂ ਦੂਰ ਹੋ ਗਏ ਹਾਂ ਅਤੇ ਖੁਦਾ ਦੇ ਲੋਕ ਵੀ ਜਿਹੜੇ ਆ ਉਹ ਕੀ ਹੋ ਜਾਣ, ਪਰਮੇਸ਼ਰ ਤੋਂ ਦੂਰ ਹੋ ਜਾਣ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਇੱਕ ਅਸਾਰ ਡੇਲ ਨਾਮ ਦਾ ਇੱਕ ਦੂਤ ਸੀ ਜਿਹਨੇ ਚੰਦਰਮਾ ਦੀ ਇਨਸਾਨ ਨੂੰ ਗਤੀ ਸਿਖਾਈ ਸੀ ਕਿ ਚੰਦਰਮਾ ਦੀ ਗਤੀ ਕਿੰਨੀ ਆ, ਧਰਤੀ ਕਿਵੇਂ ਦੀ ਆ, ਧਰਤੀ ਦਾ ਨਾਪ ਕਿੰਨਾ ਵਾ, ਧਰਤੀ ਕਿਵੇਂ ਸੂਰਜ ਦੇ ਦੁਆਲੇ ਘੁੰਮਦੀ ਆ, ਸੂਰਜ ਕਿਵੇਂ ਜਿਹੜਾ ਉਹ ਪੂਰਾ ਚੱਕਰ ਇਸ ਧਰਤੀ ਦੇ ਉੱਤੇ ਨਾਪਦਾ ਵਾ, ਜਾਂ ਇਸ ਧਰਤੀ ਦੇ ਉੱਤੇ ਕਿਸ ਤਰ੍ਹਾਂ ਚਮਕ ਆਉਂਦੀ ਏ, ਜਾਂ ਇਹ ਸੂਰਜ ਕਿਵੇਂ ਚੜ੍ਹਦੇ ਨੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਅਸਾਰ ਡੇਲ ਦੂਤ ਨੇ ਲੋਕਾਂ ਨੂੰ ਸਿਖਾਈਆਂ ਸੀ, ਜਿਸ ਤੋਂ ਵਿਗਿਆਨ ਜਿਹੜਾ ਸੀ ਉਹ ਦਿਨ ਪ੍ਰਤੀ ਦਿਨ ਤਰੱਕੀ ਦੇ ਵਿੱਚ ਵੱਧਦਾ ਗਿਆ। ਇੱਥੋਂ ਜਾਦੂਗਰੀ, ਇੱਥੋਂ ਟੇਵੇਂ, ਇੱਥੋਂ ਵਿਗਿਆਨ ਜਿਹੜਾ ਸੀਗਾ ਉਹ ਸ਼ੁਰੂ ਹੋਇਆ ਸੀਗਾ। ਉਤਪਤ ਦੀ ਕਿਤਾਬ ਉਹਦਾ 6 ਅਧਿਆਏ ਤੋਂ ਜਦੋਂ ਪਰਮੇਸ਼ਰ ਦੇ ਪੁੱਤਰਾਂ ਨੇ ਜਿਹੜਾ ਸੀਗਾ ਉਹ ਇਸਤਰੀਆਂ ਦੇ ਨਾਲ ਜਿਹੜਾ ਸੀ ਵਿਆਹ ਕਰਵਾਇਆ ਸੀ। ਉਸ ਤੋਂ ਬਾਅਦ ਅੱਜ ਵੀ ਆਪਾਂ ਦੇਖਦੇ ਹਾਂ ਜਿਹੜਾ ਇਹੀ ਵਿਗਿਆਨ, ਇਹੀ ਜਾਦੂਗਰੀ ਜਿਹੜੀ ਪਰਮੇਸ਼ਰ ਦੇ ਲੋਕਾਂ ਦੇ ਵਿੱਚ ਅੱਜ ਵੀ ਚੱਲਦੀ ਆ ਰਹੀ, ਪਰਮੇਸ਼ਰ ਦੇ ਲੋਕਾਂ ਦੇ ਵਿੱਚ ਵੀ ਚੱਲਦੀ ਆ ਰਹੀ ਆ, ਦੂਸਰਿਆਂ ਦੇ ਵਿੱਚ ਵੀ ਚੱਲਦੀ ਆ ਅਤੇ ਪਰਮੇਸ਼ਰ ਦੇ ਲੋਕਾਂ ਦੇ ਵਿੱਚ ਵੀ ਚੱਲਦੀ ਆ। ਉਹਨਾਂ ਦੇ ਉੱਤੇ ਜਾਦੂ ਹੁੰਦਾ ਨਹੀਂ, ਪਰ ਉਹ ਲੋਕਾਂ ਦੇ ਉੱਤੇ ਕਰਦੇ ਨੇ, ਅਤੇ ਜਦੋਂ ਕਰਦੇ ਨੇ ਫਿਰ ਪਰਮੇਸ਼ਰ ਤੋਂ ਦੂਰ ਹੁੰਦੇ, ਫਿਰ ਉਹਨਾਂ ਦੇ ਉੱਤੇ ਵੀ ਕੀ ਹੁੰਦਾ ਵਾ, ਜਾਦੂ ਦਾ ਅਸਰ ਹੁੰਦਾ। ਉਸ ਤੋਂ ਬਾਅਦ ਆਪਾਂ ਅੱਜ ਥੋੜ੍ਹਾ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਦੇਖਣਾ ਹੈ, ਤਾਂ ਆਪਾਂ ਜਾਦੂਗਰੀ ਦੇ ਬਾਰੇ ਦੇਖਿਆ ਵੀ ਜਾਦੂਗਰੀ ਸ਼ੁਰੂ ਕਿੱਥੋਂ ਹੋਈ ਸੀ। ਹੁਣ ਆਪਾਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਇੱਕ ਆਇਤ ਨੂੰ ਦੇਖਣਾ, ਨਹੂਮ ਦੀ ਕਿਤਾਬ ਉਹਦਾ 3 ਅਧਿਆਏ ਉਹਦੀ 4 ਆਇਤ। ਇਹ ਦਾ ਕਾਰਨ ਉਸ ਵਿਚਾਰ ਨੇ ਬਹੁਤੇ ਜਨਾਹ ਕੀਤੇ ਹਨ, ਜਿਹੜੀ ਸੋਹਣੀ ਅਤੇ ਰੂਪਵੰਤ ਹੈ, ਜਾਦੂਗਰਨੀ ਦੀ ਮਾਲਿਕਾ, ਜਿਹੜੀ ਕੌਮਾਂ ਨੂੰ ਆਪਣੇ ਜਨਾਹਕਾਰੀ ਨਾਲ ਵੇਚਦੀ ਹੈ ਅਤੇ ਘਰਾਣਿਆਂ ਨੂੰ ਆਪਣੀ ਜਾਦੂਗਰੀ ਨਾਲ। ਫਿਰ ਤੋਂ ਇਸ ਆਇਤ ਨੂੰ ਆਪਾਂ ਪੜ੍ਹਨਾ ਵਾ, ਬਹੁਤ ਹੀ ਮਜ਼ੇਦਾਰ ਆਇਤ ਹੈ। ਇਹਦਾ ਕਾਰਨ ਉਹ ਵਿਚਾਰਨ ਦੇ ਬਹੁਤੇ ਗੁਨਾਹ ਹਨ, ਜਿਹੜੀ ਸੋਹਣੀ ਅਤੇ ਰੂਪਵੰਤ ਹੈ, ਜਾਦੂਗਰਨੀ ਦੀ ਮਾਲਿਕਾ, ਜਿਹੜੀ ਕੌਮਾਂ ਨੂੰ ਆਪਣੇ ਜਨਾਹ ਨਾਲ ਵੇਚਦੀ ਹੈ ਅਤੇ ਘਰਾਣਿਆਂ ਨੂੰ ਆਪਣੀ ਜਾਦੂਗਰੀ ਨਾਲ। ਸੋ ਇੱਥੇ ਅਸੀਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਦੇਖਦੇ ਹਾਂ, ਇਹ ਉਸ ਸਮੇਂ ਦੀ ਗੱਲ ਹੋ ਰਹੀ ਆ ਜਦੋਂ ਕਿ ਆਪਾਂ ਬਾਈਬਲ ਦੇ ਵਿੱਚ ਦੇਖਦੇ ਹਾਂ ਕਿ ਨੀਨਵਾ ਸ਼ਹਿਰ ਸੀਗਾ, ਜਿਹੜਾ ਨੀਨਵੇ ਸ਼ਹਿਰ ਦੇ ਵਿੱਚ ਇੱਕ ਇਸਤਰੀ ਸੀ ਜਿਹੜੀ ਜਾਦੂ ਕਰਦੀ ਸੀ, ਅਤੇ ਜਾਦੂ ਦੇ ਨਾਲ ਜਿਹੜੇ ਲੋਕ ਪਰਮੇਸ਼ਰ ਨੂੰ ਵੀ ਮੰਨਦੇ ਸੀਗੇ ਉਹਨਾਂ ਨੂੰ ਵੀ ਜਿਹੜੀ ਜਾਦੂ ਦੇ ਨਾਲ ਆਪਣੇ ਵੱਸ ਵਿੱਚ ਕਰਕੇ ਅਤੇ ਪਰਮੇਸ਼ਰ ਤੋਂ ਦੂਰ ਕਰਦੀ ਸੀ। ਅਤੇ ਉਹੀ ਲੋਕ ਜਿਹੜੇ ਸੀ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਅਤੇ ਜਾਦੂਗਰੀ ਦੇ ਵਿੱਚ ਵਿਸ਼ਵਾਸ ਕਰਨ ਲੱਗੇ। ਤੋ ਆਪਾਂ ਇਸ ਚੀਜ਼ ਦੇ ਇਸ ਬਾਈਬਲ ਦੇ ਵਿੱਚ ਇੱਕ ਚੀਜ਼ ਦੇਖ ਰਹੇ ਹਾਂ ਕਿ ਉਹ ਆਪਣੇ ਜਾਦੂ ਨੂੰ ਕੀ ਕਰਦੀ ਸੀ, ਵੇਚਦੀ ਸੀ। ਸੋ ਅੱਜ ਵੀ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਜਿਹੜੇ ਉਹ ਸਿਆਣਿਆਂ ਦੇ ਕੋਲ ਜਾਂ ਬਾਬਿਆਂ ਦੇ ਕੋਲ ਜਾਂ ਕਿਤੇ ਨਾ ਕਿਤੇ ਜਾ ਕੇ ਜਾਦੂ ਲੋਕਾਂ ਦੇ ਉੱਤੇ ਕਰਵਾਉਂਦੇ ਨੇ, ਅਤੇ ਇਹਨਾਂ ਲੋਕਾਂ ਨੂੰ ਇੰਨੀ ਸਮਝ ਨਹੀਂ ਕਿ ਉਹ ਜਾਦੂ ਨੂੰ ਵੇਚ ਰਹੇ ਨੇ, ਅਤੇ ਇਹ ਲੋਕ ਆਪਣੇ ਆਪ ਨੂੰ ਵੇਚ ਰਹੇ ਨੇ। ਸੋ ਪਹਿਲੀ ਚੀਜ਼ ਆਪਾਂ ਦੇਖਣੀ ਹੈ ਕਿ ਜਾਦੂ ਲੋਕ ਵੇਚਦੇ ਨੇ। ਇਹ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ, ਆਪਣੇ ਦਿਲਾਂ ਦੇ ਵਿੱਚ, ਆਪਣੇ ਦਿਮਾਗ ਦੇ ਵਿੱਚ ਇਹ ਗੱਲ ਸੋਚੋ ਕਿ ਸੱਚਮੁੱਚ ਲੋਕ ਜਿਹੜਾ ਉਹ ਜਾਦੂ ਨੂੰ ਵੇਚ ਰਹੇ ਆ ਜਾਂ ਨਹੀਂ ਵੇਚ ਰਹੇ ਆ। ਸਕੂਲਾਂ ਦੇ ਵਿੱਚ ਆਪਾਂ ਦੇਖਦੇ ਹਾਂ ਜਦੋਂ ਕੋਈ ਇਨਸਾਨ ਜਿਹੜੇ ਆ ਉਹ ਜਾਦੂ ਕਰਨ ਲੋਕਾਂ ਨੂੰ, ਬੱਚਿਆਂ ਨੂੰ ਦਿਖਾਉਂਦੇ ਨੇ, ਅਤੇ ਬਾਅਦ 'ਚ ਉਹਨਾਂ ਦੇ ਕੋਲੋਂ, ਉਹਨਾਂ ਦੇ ਸਰਾਂ ਦੇ ਕੋਲੋਂ, ਮੈਡਮਾਂ ਦੇ ਕੋਲੋਂ ਪੈਸੇ ਨੂੰ ਇਕੱਠਾ ਕਰਦੇ ਨੇ। ਜਾਦੂ ਜਿਹੜਾ ਵਾ ਇੱਕ ਸ਼ੁਰੂ ਤੋਂ ਹੀ ਆਪਾਂ ਦੇਖਦੇ ਹਾਂ ਲਾਲਸਾ ਨੂੰ ਪੈਦਾ ਕੀਤਾ। ਜਿਵੇਂ ਆਪਾਂ ਦੇਖਦੇ ਹਾਂ ਜਦੋਂ ਮਨੁੱਖਾਂ ਦੇ ਧੀਆਂ ਦੇ ਨਾਲ ਪਰਮੇਸ਼ਰ ਦੇ ਪੁੱਤਰਾਂ ਨੇ ਵਿਆਹ ਕਰਾਇਆ ਅਤੇ ਉਹਨਾਂ ਨੂੰ ਜਾਦੂ ਸਿਖਾਇਆ ਗਿਆ, ਉਹਨਾਂ ਦੇ ਅੰਦਰ ਲਾਲਸਾ ਪੈਦੀ ਹੋਈ ਅਤੇ ਉਹਨਾਂ ਨੇ ਵੀ ਅੱਗੇ ਜਾਦੂ ਨੂੰ ਵੇਚਣਾ ਸ਼ੁਰੂ ਕੀਤਾ। ਇਸੇ ਤਰ੍ਹਾਂ ਅੱਜ ਦੇ ਮਾਹੌਲ ਦੇ ਵਿੱਚ ਵੀ ਜਾਦੂ ਜਿਹੜਾ ਉਹ ਵਿਕ ਰਿਹਾ, ਅਤੇ ਅਸੀਂ ਲੋਕ ਕੀ ਕਰ ਰਹੇ ਹਾਂ, ਉਹਨੂੰ ਮੁੱਲ ਖਰੀਦ ਰਹੇ ਹਾਂ।
ਸੋ ਅੱਜ ਵੀ ਜਿਸ ਜ਼ਿੰਦਗੀਆਂ ਦੇ ਵਿੱਚ ਇਹੀ ਕੁਛ ਚੱਲ ਰਿਹਾ ਕਿ ਆਪਾਂ ਲੋਕਾਂ ਦਾ ਬੁਰਾ ਕਰਨ ਵਾਸਤੇ ਉਹਨਾਂ ਦੇ ਉੱਤੇ ਜਾਦੂ ਟੋਣਾ, ਇਹ ਸੱਚ ਗੱਲ ਆ। ਇਸ ਸੰਸਾਰ ਦੇ ਵਿੱਚ ਜਾਦੂ ਟੋਣਾ ਹੈ, ਇਹ ਸੱਚ ਗੱਲ ਹੈ, ਇਹਦੇ ਵਿੱਚ ਕੋਈ ਲੁਕਾ ਨਹੀਂ। ਬਾਈਬਲ ਦੱਸਦੀ ਆ ਇਸ ਸੰਸਾਰ ਦੇ ਵਿੱਚ ਜਾਦੂ ਟੋਣਾ ਹੈਗਾ ਵਾ, ਪਰ ਡਰਨਾ ਨਹੀਂ ਆ ਤੁਸੀਂ, ਪਰ ਤੁਸੀਂ ਡਰਨਾ ਨਹੀਂ ਆ। ਕੁਛ ਗੱਲਾਂ, ਕੁਛ ਬਾਈਬਲ ਦੇ ਵਿਚਾਰ ਅੱਜ ਆਪਾਂ ਬਾਈਬਲ ਦੇ ਵਿੱਚੋਂ ਥੋੜ੍ਹੇ ਦੇਖਾਂਗੇ ਕਿ ਇਹਨਾਂ ਦੇ ਉੱਤੋਂ ਪਰਮੇਸ਼ਰ ਕਿਉਂ ਘਿਰਨਾ ਕਰਦੇ ਨੇ। ਠੀਕ ਹੈ, ਇਹ ਚੀਜ਼ ਆਪਾਂ ਥੋੜ੍ਹੀ ਜਿਹੀ ਬਾਈਬਲ ਦੇ ਵਿੱਚੋਂ ਦੇਖਾਂਗੇ। ਲੇਵੀਆਂ ਦੀ ਕਿਤਾਬ ਉਹਦਾ 19 ਅਧਿਆਏ ਉਹਦੀ 31 ਆਇਤ ਦੇ ਵਿੱਚ ਆਪਾਂ ਦੇਖਦੇ ਇਸ ਤਰ੍ਹਾਂ ਪਰਮੇਸ਼ਰ ਦਾ ਵਚਨ ਜਿਹੜਾ ਲੋਕਾਂ ਨੂੰ ਬਿਆਨ ਕਰਦਾ, ਤੁਸੀਂ ਉਹਨਾਂ ਦੀ ਵੱਲ ਧਿਆਨ ਨਾ ਕਰੋ ਜਿਨ੍ਹਾਂ ਦੇ ਦਿਓ ਯਾਰ ਹਨ, ਨਾ ਜਾਦੂਗਰਾਂ ਦੇ ਮਗਰ ਲੱਗੋ ਜੋ ਇਹਨਾਂ ਨਾਲ ਭ੍ਰਿਸ਼ਟ ਹੋ ਜਾਓ, ਮੈਂ ਯਹੋਵਾ ਤੁਹਾਡਾ ਪਰਮੇਸ਼ਰ ਹਾਂ। ਫਿਰ ਤੋਂ ਪੜਾਂਗੇ, ਤੁਸੀਂ ਉਹਨਾਂ ਦੀ ਵੱਲ ਧਿਆਨ ਨਾ ਕਰੋ ਜਿਨ੍ਹਾਂ ਦੇ ਦਿਓ ਯਾਰ ਹਨ, ਨਾ ਜਾਦੂਗਰਾਂ ਦੇ ਮਗਰ ਲੱਗੋ ਜੋ ਉਹਨਾਂ ਨਾਲ ਭ੍ਰਿਸ਼ਟ ਨਾ ਹੋ ਜਾਓ, ਮੈਂ ਯਹੋਵਾ ਤੁਹਾਡਾ ਪਰਮੇਸ਼ਰ ਹਾਂ। ਇਸ ਜਗ੍ਹਾ 'ਤੇ ਵੀ ਆਪਾਂ ਦੇਖ ਰਹੇ ਹਾਂ ਕਿ ਪਰਮੇਸ਼ਰ ਦਾ ਵਚਨ ਕਹਿ ਰਿਹਾ ਕਿ ਤੁਸੀਂ ਉਹਨਾਂ ਵੱਲ ਧਿਆਨ ਨਾ ਕਰੋ ਜਿਹੜੇ ਦਿਓ ਦੇ ਯਾਰ ਨੇ। ਦਿਓ ਆਪਾਂ ਉਹੀ ਲੋਕ ਸੀਗੇ ਜਿਹੜੇ ਦੈਂਤ ਪੈਦਾ ਹੋਏ ਸੀ, ਦੈਂਤ ਤੋਂ ਹੌਲੀ ਹੌਲੀ ਸ਼ਬਦ ਕੱਟ ਕੇ ਤੇ ਦਿਓ ਆ ਗਿਆ ਕਿ ਦਿਓ ਦੇ ਯਾਰ ਨਾ ਬਣੋ, ਨਾ ਜਾਦੂਗਰਾਂ ਦੇ ਪਿੱਛੇ ਲੱਗੋ ਕਿ ਤੁਸੀਂ ਭ੍ਰਿਸ਼ਟ ਨਾ ਹੋ ਜਾਓ, ਮੈਂ ਤੁਹਾਡਾ ਯਹੋਵਾ ਪਰਮੇਸ਼ਰ ਹਾਂ। ਇਸ ਕਰਕੇ ਅੱਜ ਵੀ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਹੀ ਗੱਲ ਯਾਦ ਰੱਖਣੀ ਆ, ਜੇ ਆਪਾਂ ਜਾਦੂਗਰਾਂ ਦੇ ਪਿੱਛੇ ਲੱਗਦੇ ਹਾਂ ਜਾਂ ਜਾਦੂ ਕਰਨ ਵਾਲਿਆਂ ਦੇ ਨਾਲ ਸਾਡੀ ਉੱਠਣੀ ਬੈਠਣੀ ਆ, ਤੇ ਇਹ ਗੱਲ ਯਾਦ ਰੱਖੋ ਕਿ ਆਪਾਂ ਉਹਨਾਂ ਦੇ ਨਾਲ ਮਿਲ ਕੇ ਭ੍ਰਿਸ਼ਟ ਹੋ ਰਹੇ ਹਾਂ। ਉਹਨਾਂ ਦੇ ਨਾਲ ਮਿਲ ਕੇ ਆਪਾਂ ਕੀ ਹੋ ਰਹੇ ਹਾਂ? ਭ੍ਰਿਸ਼ਟ ਹੋ ਰਹੇ ਹਾਂ। ਤੇ ਜਿਹੜੇ ਲੋਕ ਭ੍ਰਿਸ਼ਟ ਨੇ, ਆਪਾਂ ਬਾਈਬਲ ਦੇ ਵਿੱਚੋਂ ਦੇਖਿਆ ਕਿ ਉਹ ਕਾਹਦੇ ਵਿੱਚ ਸੁੱਟੇ ਜਾਣਗੇ? ਝੀਲ ਦੀ ਗੰਧਕ ਵਿੱਚ, ਝੀਲ ਦੀ ਅੱਗ ਵਿੱਚ ਸੁੱਟੇ ਜਾਣਗੇ। ਸੋ ਦੂਸਰੀ ਚੀਜ਼ ਆਪਾਂ ਲੇਵੀਆਂ ਦੀ ਪੋਥੀ 20 ਦੀ 27 ਆਇਤ ਵੀ ਇੱਕ ਵਾਰ ਦੇਖਾਂਗੇ ਜ਼ਰੂਰ। ਨਾਲੇ ਮਨੁੱਖ ਜਾਂ ਤੀਵੀਂ ਜਿਸ ਦਾ ਦਿਓ ਯਾਰ ਹੈ ਜਾਂ ਜਾਦੂਗਰ ਹੈ, ਸੋ ਜ਼ਰੂਰ ਵੱਢੀ ਜਾਵੇ ਅਤੇ ਉਹਨਾਂ ਨੂੰ ਵੱਟਿਆਂ ਨਾਲ ਮਾਰ ਸੁੱਟਣਾ, ਉਹਨਾਂ ਦਾ ਖੂਨ ਉਹਨਾਂ ਦੇ ਜਿੰਮੇ ਨਾ ਹੋਵੇ। ਸੋ ਇਸ ਜਗ੍ਹਾ ਵੀ 'ਤੇ ਵੀ ਆਪਾਂ ਦੇਖ ਰਹੇ ਕਿ ਪਰਮੇਸ਼ਰ ਜਿਹੜੇ ਆ ਉਹ ਕਿਸ ਤਰ੍ਹਾਂ ਦਿਓ ਦੇ ਨਾਲ ਔਰ ਕਿਸ ਤਰ੍ਹਾਂ ਦਿਓ ਦੇ ਯਾਰਾਂ ਦੇ ਨਾਲ ਜਿਹੜੇ ਉਹਨਾਂ ਦੇ ਨਾਲ ਉੱਠਣਾ ਬੈਠਣਾ ਕਰਦੇ ਨੇ, ਪਰਮੇਸ਼ਰ ਉਹਨਾਂ ਦੇ ਨਾਲ ਕੀ ਕਰਦਾ ਹੈ? ਨਫ਼ਰਤ ਕਰਦਾ ਹੈ। ਸੋ ਪਹਿਲੀ ਗੱਲ ਤੁਹਾਡੇ ਦਿਮਾਗ ਦੇ ਵਿੱਚ ਆ ਰਹੀ ਹੋਵੇਗੀ ਕਿ ਉਹ ਜਿਹੜੇ ਪਰਮੇਸ਼ਰ ਦੇ ਪੁੱਤਰ ਸੀ ਉਹਨਾਂ ਦਾ ਕੀ ਹੋਇਆ? ਉਹਨਾਂ ਦਾ ਪਰਮੇਸ਼ਰ ਨੇ ਉਹਨਾਂ ਨੂੰ ਜਿਹੜਾ ਸੀ ਉਹ ਕੈਦ ਦੇ ਵਿੱਚ ਰੱਖਿਆ ਵਾ। ਇੱਕ ਗੁਫਾ ਸੀਗੀ, ਜਿਹੜੀ ਗੁਫਾ ਦੇ ਵਿੱਚ ਪਰਮੇਸ਼ਰ ਨੇ ਉਹਨਾਂ ਨੂੰ ਬੰਦ ਕੀਤਾ ਅਤੇ ਉਹਨਾਂ ਦੇ ਬਾਹਰ ਪੱਥਰ ਲੱਗਾ ਹੋਇਆ, ਪਰ ਬਾਈਬਲ ਦੇ ਵਿੱਚ ਲਿਖਿਆ ਕਿ ਉਹਦੇ ਅੰਦਰ ਰੌਸ਼ਨੀ ਤੱਕ ਵੀ ਨਹੀਂ ਜਾਂਦੀ। ਇਹ ਉਦੋਂ ਛੱਡੇ ਜਾਣੇ ਆ ਜਦੋਂ ਪਰਮੇਸ਼ਰ ਦਾ ਦੂਸਰਾ ਆਗਮਨ ਹੋਣਾ ਅਤੇ ਪਰਮੇਸ਼ਰ ਦੇ ਲੋਕ ਉਠਾਏ ਜਾਣੇ ਨੇ। ਅਤੇ ਜਿਹੜੇ ਲੋਕ ਇਸ ਧਰਤੀ ਦੇ ਉੱਤੇ ਰਹਿ ਗਏ ਨੇ ਉਹ ਉਹਨਾਂ ਨੂੰ ਵੇਖਣਗੇ। ਅਤੇ ਜਿਹੜੇ ਇਹੀ ਦੈਂਤ ਸੀਗੇ, ਪਰਮੇਸ਼ਰ ਨੇ ਜਲ ਪਰਲੋ ਇਸ ਕਰਕੇ ਲਿਆਂਦੀ ਸੀ ਕਿਉਂਕਿ ਇਹ ਦੈਂਤ ਇੰਨੇ ਖਤਰਨਾਕ ਸੀਗੇ ਕਿ ਇਹਨਾਂ ਦੀ ਖਾਣੇ ਦੇ ਨਾਲ ਭੁੱਖ ਨਹੀਂ ਸੀ ਮਿਟਦੀ ਅਤੇ ਇਹ ਇਨਸਾਨਾਂ ਨੂੰ ਵੀ ਖਾਣ ਲੱਗ ਗਏ ਸੀਗੇ। ਇਨਸਾਨਾਂ ਨੂੰ ਖਾਣ ਲੱਗ ਗਏ, ਮੱਛੀਆਂ ਖਾਣ ਲੱਗ ਗਏ, ਸਬੂਤੀਆਂ ਡੰਗਰ ਖਾਣ ਲੱਗ ਗਏ। ਅਤੇ ਜਦੋਂ ਲੋਕਾਂ ਦੀਆਂ ਚੀਕਾਂ ਸਵਰਗ ਤੱਕ ਪਹੁੰਚੀਆਂ ਅਤੇ ਫਿਰ ਮਿਕਾਇਲ ਨੇ ਪਰਮੇਸ਼ਰ ਦੇ ਅੱਗੇ ਅਰਦਾਸ ਕੀਤੀ, ਬੇਨਤੀ ਕੀਤੀ ਕਿ ਪ੍ਰਭੂ ਤੂੰ ਆਪਣੇ ਲੋਕਾਂ 'ਤੇ ਰਹਿਮ ਕਰ। ਫਿਰ ਪ੍ਰਭੂ ਨੇ ਕਿਹਾ ਕਿ ਮੈਂ ਧਰਤੀ ਨੂੰ ਕੀ ਕਰ ਦੇਵਾਂਗਾ? ਨਾਸ਼ ਕਰ ਦੇਵਾਂਗਾ। ਫਿਰ ਪਰਮੇਸ਼ਰ ਨੇ ਨੂਹ ਦੇ ਨਾਲ ਗੱਲਬਾਤ ਕੀਤੀ ਅਤੇ ਨੂਹ ਦੇ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ, ਫਿਰ ਉਹ ਬਚ ਗਿਆ। ਅਤੇ ਬਚਣ ਤੋਂ ਬਾਅਦ ਵੀ ਜਿਹੜਾ ਸੀਗਾ ਆਪਾਂ ਬਾਈਬਲ ਦੇ ਵਿੱਚ ਇੱਕ ਚੀਜ਼ ਦੇਖਦੇ ਹਾਂ ਕਿ ਜਦੋਂ ਜਲ ਪਰਲੋ ਤੋਂ ਬਾਅਦ ਪਰਮੇਸ਼ਰ ਦੇ ਲੋਕ ਜਿਹੜੇ ਸੀ ਕਿਸ਼ਤੀ ਦੇ ਵਿੱਚੋਂ ਬਾਹਰ ਹੋਏ ਅਤੇ ਜਦੋਂ ਬਾਹਰ ਹੋ ਗਏ ਅਤੇ ਬਾਹਰ ਹੋਣ ਤੋਂ ਬਾਅਦ ਜਿਹੜਾ ਇੱਕ ਕਨਾਨ ਦਾ ਪਿਤਾ ਹਾਮ ਸੀਗਾ, ਉਹਨੇ ਆਪਣੇ ਪਿਤਾ ਦਾ ਨੰਗੇਜ ਵੇਖਿਆ ਅਤੇ ਜਦੋਂ ਨੰਗੇਜ ਵੇਖ ਕੇ ਉਹਦੀ ਚਰਚਾ ਕਰਨ ਲੱਗਾ ਅਤੇ ਜਦੋਂ ਚਰਚਾ ਕਰਨ ਲੱਗਾ ਅਤੇ ਉਹਦੇ ਦੋਵਾਂ ਭਰਾਵਾਂ ਨੇ ਪਿਛਲੀ ਪੈਰ ਜਾ ਕੇ ਆਪਣੇ ਪਿਓ ਦੇ ਨੰਗੇਜ ਨੂੰ ਢੱਕਿਆ
ਕਹਿਣ ਦਾ ਭਾਵ ਇਹ ਆ ਕਿ ਪਾਪ ਜਿਹੜਾ ਸੀ ਹਜੇ ਵੀ ਹਾਮ ਦੇ ਵਿੱਚ ਬਣਿਆ ਰਿਹਾ ਸੀਗਾ, ਜਿਹੜਾ ਦੈਂਤਾਂ ਤੋਂ ਹੀ ਸ਼ੁਰੂ ਹੋ ਰਿਹਾ ਸੀਗਾ, ਜਿਹੜਾ ਆਦਮ ਤੋਂ ਹੀ ਸ਼ੁਰੂ ਹੋਇਆ ਸੀ, ਦੈਂਤਾਂ ਤੋਂ ਵੀ ਸ਼ੁਰੂ ਹੋਇਆ ਸੀ, ਪਰਮੇਸ਼ਰ ਦੇ ਪੁੱਤਰਾਂ ਤੋਂ ਸ਼ੁਰੂ ਹੋਇਆ ਸੀ, ਉਹ ਹੱਲੇ ਵੀ ਆਪਾਂ ਦੇਖਦੇ ਹਾਂ ਕਿ ਕਨਾਨ ਦੇ ਪੁੱਤਰ ਹਾਮ ਦੇ ਵਿੱਚ ਅਜੇ ਵੀ ਜ਼ਿੰਦਾ ਸੀਗਾ। ਅਤੇ ਉਤੋਂ ਫਿਰ ਹੌਲੀ ਹੌਲੀ ਪੂਰੇ ਸੰਸਾਰ ਦੇ ਵਿੱਚ ਫੈਲਦਾ ਗਿਆ। ਉਸ ਤੋਂ ਬਾਅਦ ਆਪਾਂ ਬਾਈਬਲ ਦੇ ਵਿੱਚ ਇੱਕ ਹੋਰ ਆਇਤ ਪੜ੍ਹਾਂਗੇ, ਉਸ ਤੋਂ ਬਾਅਦ ਆਪਾਂ ਜਿਹੜੀ ਦੁਆ ਕਰਾਂਗੇ। ਪਹਿਲਾ ਸੈਮੂਅਲ ਉਹਦਾ 15 ਅਧਿਆਏ ਉਹਦੀ 23 ਆਇਤ ਦੇ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਗਿਆ, ਕਿਉਂ ਜੋ ਬਗਾਵਤ ਅਤੇ ਜਾਦੂਗਰੀ ਇੱਕ ਪਾਪ ਹੈ ਅਤੇ ਖਚਰਾਊ ਅਤੇ ਬਦੀ ਅਤੇ ਮੂਰਤੀ ਪੂਜਾ ਇੱਕੋ ਜਿਹੀ ਹੈ, ਸੋ ਜਿਹਾ ਤੂੰ ਯਹੋਵਾ ਦੇ ਵਚਨ ਨੂੰ ਰੱਦਿਆ, ਤਿਵੇਂ ਹੀ ਉਸ ਨੇ ਤੈਨੂੰ ਪਾਤਸ਼ਾਹ ਰਹਿਣ ਤੋਂ ਰੱਦਿਆ। ਇਸ ਜਗ੍ਹਾ 'ਤੇ ਆਪਾਂ ਦੇਖਦੇ ਹਾਂ ਕਿ ਸ਼ਾਉਲ ਦੀ ਗੱਲ ਕੀਤੀ ਜਾ ਰਹੀ ਸੀ। ਜਦੋਂ ਸ਼ਾਉਲ ਨੇ ਪਰਮੇਸ਼ਰ ਦੇ ਵਚਨ ਨੂੰ ਰੱਦਿਆ ਸੀ, ਪਰਮੇਸ਼ਰ ਦੇ ਨਾਲ ਬਗਾਵਤ ਕੀਤੀ, ਜਦੋਂ ਪਰਮੇਸ਼ਰ ਦੇ ਨਾਲ ਬਗਾਵਤ ਕਰ ਰਿਹਾ ਸੀਗਾ, ਪਰਮੇਸ਼ਰ ਨੇ ਉਹਨੂੰ ਹੁਕਮ ਦਿੱਤਾ ਕਿ ਤੂੰ ਜਾ ਕੇ ਅਮਾਲੇਕੀਆਂ ਨੂੰ ਖ਼ਤਮ ਕਰ ਦੇ। ਅਤੇ ਜਦੋਂ ਉਹਨੇ ਖ਼ਤਮ ਨਹੀਂ ਕੀਤਾ, ਕੁਛ ਭੇਂਟ ਜਿਹੜੀਆਂ ਸੀਗੀਆਂ, ਜਿਹੜੇ ਉਹਨੇ ਲੁੱਟੇ ਬਲਦ ਸੀਗੇ, ਉਹਨਾਂ ਦੀਆਂ ਚੰਗੀਆਂ ਚੰਗੀਆਂ ਚੀਜ਼ਾਂ ਨਾਲ ਲੈ ਆਉਂਦੀਆਂ ਸੀਗੀਆਂ, ਪਰਮੇਸ਼ਰ ਦੇ ਵਚਨ ਨੂੰ, ਪਰਮੇਸ਼ਰ ਦੇ ਹੁਕਮ ਨੂੰ ਤੋੜਿਆ ਅਤੇ ਪਰਮੇਸ਼ਰ ਦੇ ਨਾਲ ਬਗਾਵਤ ਕੀਤੀ। ਬਗਾਵਤ ਅਤੇ ਜਾਦੂਗਰੀ ਪਾਪ ਇੱਕ ਹੀ ਆ। ਉਹਨੇ ਜਾਦੂਗਰੀ ਤਾਂ ਨਹੀਂ ਕੀਤੀ, ਪਰ ਉਹਨੇ ਬਗਾਵਤ ਖੁਦਾ ਦੇ ਨਾਲ ਕੀਤੀ, ਜਿਹੜੀ ਕਿ ਜਾਦੂਗਰੀ ਦੇ ਬਰਾਬਰ ਆ। ਇਸ ਕਰਕੇ ਆਪਾਂ ਜ਼ਰੂਰ ਚੇਤੇ ਰੱਖਣਾ ਵਾ ਕਿ ਆਪਾਂ ਜਾਦੂਗਰੀ ਵਾਲੇ ਚੱਕਰ ਦੇ ਵਿੱਚੋਂ ਔਰ ਦੈਂਤ ਜਿਹੜੇ ਸੀਗੇ ਦਿਓ ਦੇ ਯਾਰਾਂ ਦੇ ਕੋਲੋਂ ਦੂਰ ਹੀ ਰਹਿਣਾ ਵਾ, ਕਿਉਂਕਿ ਜੇ ਆਪਾਂ ਉਹਨਾਂ ਦੇ ਨੇੜੇ ਜਾਵਾਂਗੇ ਅਤੇ ਬਾਈਬਲ ਦੇ ਵਿੱਚ ਆਪਾਂ ਪ੍ਰਕਾਸ਼ ਦੀ ਪੋਥੀ ਦੇ ਵਿੱਚ ਪੜ੍ਹਿਆ ਵਾ ਕਿ ਉਹਨਾਂ ਨੂੰ ਅੱਗ ਦੀ ਝੀਲ ਦੇ ਵਿੱਚ ਕੀ ਆ ਸੁੱਟਿਆ ਜਾਵੇਗਾ ਅਤੇ ਉਹ ਦੂਸਰੀ ਮੌਤ ਹੋਵੇਗੀ, ਜਿਹਦਾ ਕੋਈ ਕੀ ਨਹੀਂ ਹੋਏਗਾ, ਟਿਕਾਣਾ ਨਹੀਂ ਹੋਏਗਾ। ਫਿਰ ਤੋਂ ਆਪਾਂ 21 ਦੀ ਅਠਾਇਤ ਪ੍ਰਕਾਸ਼ ਦੀ ਪੋਥੀ 21 ਦੀ ਅਠਾਇਤ ਪੜ੍ਹਾਂਗੇ। ਪਰ ਡਰਾਕਰਾਂ, ਬੇਪਰਤੀਤਿਆਂ, ਘਿਨਾਉਣੀਆਂ, ਖੂਨੀਆਂ, ਹਰਾਮਕਾਰਾਂ, ਜਾਦੂਗਰਾਂ, ਮੂਰਤੀ ਪੂਜਕਾਂ ਅਤੇ ਸਾਰਿਆਂ ਝੂਠਿਆਂ ਦਾ ਹਿੱਸਾ ਉਸ ਝੀਲ ਵਿੱਚ ਹੋਵੇਗਾ, ਜਿਹੜੀ ਅੱਗ ਦੀ ਗੰਧਕ ਨਾਲ ਕੀ ਆ ਬਲਦੀ ਹੈ। ਇਹ ਦੂਈ ਮੌਤ ਹੈ। ਸੋ ਜ਼ਰੂਰ ਯਾਦ ਰੱਖਣਾ ਵਾ ਕਿ ਆਪਾਂ ਇਹਨਾਂ ਚੀਜ਼ਾਂ ਤੋਂ ਦੂਰ ਹੀ ਰਹਿਣਾ ਵਾ, ਜਾਦੂਗਰੀ ਤੋਂ ਦੂਰ ਰਹਿਣਾ ਵਾ, ਕਿਉਂਕਿ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਪਰਮੇਸ਼ਰ ਦੇ ਨਾਲ ਤਾਂ ਚੱਲਦੇ ਨੇ, ਪਰ ਅਜੇ ਵੀ ਇਹਨਾਂ ਚੀਜ਼ਾਂ ਦੇ ਵਿੱਚ ਕੀ ਆ ਫਸੇ ਹੋਏ ਨੇ। ਸੋ ਤੁਸੀਂ ਪਰਵਾਹ ਨਹੀਂ ਕਰਨੀ, ਤੁਸੀਂ ਚਿੰਤਾ ਨਹੀਂ ਕਰਨੀ, ਕਿਉਂਕਿ ਬਾਈਬਲ ਦੇ ਵਿੱਚ ਖੁਦਾ ਸਾਨੂੰ ਤਸੱਲੀ ਦੇ ਰਿਹਾ ਵਾ। ਗਿਣਤੀ ਦੀ ਕਿਤਾਬ ਉਹਦਾ 23 ਅਧਿਆਏ ਉਹਦੀ 23 ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ, ਯਕੂਬ ਉੱਤੇ ਜਾਦੂ ਨਹੀਂ ਚੱਲਦਾ, ਨਾ ਇਸਰਾਇਲ ਉੱਤੇ ਫਾਲ। ਹੁਣ ਯਕੂਬ ਅਤੇ ਇਸਰਾਇਲ ਵਿਖੇ ਆਖਿਆ ਜਾਵੇਗਾ, ਪਰਮੇਸ਼ਰ ਨੇ ਕੀ ਕੀਤਾ। ਫਿਰ ਆਪਾਂ ਪੜ੍ਹਾਂਗੇ 23 ਦੀ 23 ਗਿਣਤੀ ਦੀ ਕਿਤਾਬ ਉਹਦਾ 23 ਅਧਿਆਏ ਉਹਦੀ 23 ਆਇਤ ਦੇ ਵਿੱਚ ਇਸ ਤਰ੍ਹਾਂ ਬਿਆਨ ਕੀਤਾ, ਯਕੂਬ ਉੱਤੇ ਜਾਦੂ ਨਹੀਂ ਚੱਲਦਾ, ਨਾ ਇਸਰਾਇਲ ਉੱਤੇ ਫਾਲ। ਹੁਣ ਯਕੂਬ ਅਤੇ ਇਸਰਾਇਲ ਵਿਖੇ ਆਖਿਆ ਜਾਵੇਗਾ, ਪਰਮੇਸ਼ਰ ਨੇ ਕੀ ਕੀਤਾ। ਸੋ ਜ਼ਰੂਰ ਯਾਦ ਰੱਖਣਾ ਵਾ ਕਿ ਨਾ ਤਾਂ ਆਪਾਂ ਜਾਦੂਗਰਾਂ ਤੋਂ ਡਰਨਾ, ਨਾ ਆਪਾਂ ਲੋਕਾਂ ਦੇ ਉੱਤੋਂ, ਠੀਕ ਹੈ, ਕਿ ਇਹਨਾਂ ਨੇ ਸਾਡੇ ਉੱਤੇ ਜਾਦੂ ਕਰ ਦੇਣਾ, ਇਹਨਾਂ ਸਾਡੇ ਉੱਤੇ ਜਾਦੂ ਕੀਤਾ, ਠੀਕ ਹੈ। ਜੇ ਜਾਦੂ ਤੁਹਾਨੂੰ ਲੱਗਦਾ, ਜੇ ਅਜੇ ਵੀ ਤੁਸੀਂ ਫਸੇ ਹੋਏ ਹੋ ਇਹਨਾਂ ਚੀਜ਼ਾਂ ਦੇ ਉੱਤੇ, ਤਾਂ ਖੁਦਾ ਦੇ ਅੱਗੇ ਬੇਨਤੀ ਪ੍ਰਾਰਥਨਾ ਕਰੋ ਕਿ ਖੁਦਾਵੰ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚੋਂ ਕੱਢੋ, ਸਾਡੇ ਉੱਤੇ ਕਿਰਪਾ ਕਰੋ। ਅੱਖਾਂ ਨੂੰ ਬੰਦ ਕਰਾਂਗੇ, ਦੁਆ ਕਰਾਂਗੇ। ਜ਼ਿੰਦਾ ਖੁਦਾ, ਜ਼ਿੰਦਾ ਮਿਹਰਬਾਨ ਜਿਉਂਦੇ ਪਰਮੇਸ਼ਰ, ਤੁਹਾਡਾ ਧੰਨਵਾਦ, ਤੁਹਾਡੀ ਤਾਰੀਫ ਹੋ ਖੁਦਾ, ਇਸ ਪਿਆਰ ਭਰੇ ਵਚਨ ਦੇ ਲਈ ਤੁਹਾਡਾ ਧੰਨਵਾਦ ਹੋ, ਤੁਹਾਡੀ ਤਾਰੀਫ ਹੋ ਪ੍ਰਭੂ। ਜਿੰਨੇ ਵੀ ਲੋਕ ਇਸ ਕਲਾਮ ਨੂੰ ਸੁਣਨ, ਇੱਕ ਇੱਕ ਨੂੰ ਆਸ਼ੀਸ਼ ਪ੍ਰਾਪਤ ਹੋਵੇ, ਔਰ ਪ੍ਰਭੂ ਤੁਹਾਡੇ ਨਾਮ ਦੇ ਵਿੱਚ ਅੱਗੇ ਵਧੇ ਅਤੇ ਤੁਸੀਂ ਮਦਦ ਕਰੋ। ਪ੍ਰਾਰਥਨਾ ਯੀਸ਼ੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਖੁਦਾ ਤੁਹਾਨੂੰ ਸਭ ਨੂੰ ਆਸ਼ੀਸ਼ ਦੇਵੇ।